ਵਾਹਿਗੁਰੂ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ। ਨਿਤਾ ਪ੍ਰਤੀ ਗੁਰਮਤਿ ਦੀ ਕਲਾਸ ਵਿੱਚ ਜੁੜਦੇ ਹਾਂ। ਜੋ ਵਡਮੁੱਲਾ ਇਤਿਹਾਸ ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਿਨ੍ਹਾਂ ਵਿੱਚੋਂ ਅਸੀਂ 10ਵੀਂ ਵਾਰ, ਜਿਹਦੇ ਵਿੱਚ ਭਾਈ ਗੁਰਦਾਸ ਜੀ ਨੇ ਵੱਖ-ਵੱਖ ਭਗਤਾਂ ਦਾ ਜ਼ਿਕਰ ਕੀਤਾ ਹੈ ਤੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਇਸ ਧਰਤੀ ਦੇ ਉੱਤੇ ਉਹ ਪ੍ਰਮਾਤਮਾ ਆਪਣੇ ਭਗਤਾਂ ਦੀ ਸਦਾ ਪੈਜ ਰੱਖਦਾ ਹੈ, ਉਹਨਾਂ ਦੀ ਹਮੇਸ਼ਾ ਪੈਰਵਾਈ ਕਰਦਾ ਹੈ, ਉਹਨਾਂ ਦੀ ਸਹਾਇਤਾ ਕਰਦਾ ਹੈ, ਉਹਨਾਂ ਦਾ ਮਦਦਗਾਰ ਬਣਦਾ ਹੈ। ਸੋ ਜਿੱਥੇ ਅਸੀਂ ਪਿਛਲੇਰੇ ਭਗਤਾਂ ਦੀ ਵਿਚਾਰ ਕਰਕੇ ਆਏ ਹਾਂ, ਅੱਜ ਅਸੀਂ ਜਿਸ ਭਗਤ ਦੀ ਵਿਚਾਰ ਕਰਨੀ ਹੈ ਉਹ ਹੈ ਸੁਦਾਮਾ, ਜਿਸ ਦੇ ਬਾਬਤ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਅੰਦਰ ਜ਼ਿਕਰ ਕੀਤਾ ਹੈ। ਸੋ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਇਸ ਵਿਚਾਰ ਨੂੰ ਅਸੀਂ ਸਰਵਣ ਕਰਨਾ ਹੈ। ਸਭ ਤੋਂ ਪਹਿਲਾਂ ਇਸ ਪੌੜੀ ਦਾ ਮੂਲ ਪਾਠ ਕਰਾਂਗੇ। ਸਾਰੀ ਸੰਗਤ ਜੁੜ ਚੁੱਕੀ ਹੈ, ਸੋ ਆਓ ਗੁਰਫਤਿਹ ਦੇ ਨਾਲ ਸਾਂਝ ਬਣਾ ਕੇ ਇਸ ਵਾਰ ਦਾ ਮੂਲ ਪਾਠ ਕਰੀਏ ਤੇ ਫਿਰ ਜੋ ਭਾਈ ਗੁਰਦਾਸ ਜੀ ਨੇ ਦ੍ਰਿੜ ਕਰਾਇਆ ਹੈ ਕਿ ਉਹ ਪ੍ਰਮਾਤਮਾ ਆਪਣੇ ਸੇਵਕਾਂ ਦੇ ਘਰ ਦੇ ਵਿੱਚ ਕਦੇ ਵੀ ਟੂਟ ਨਹੀਂ ਆਉਣ ਦਿੰਦਾ, ਉਹਦੀ ਵਿਚਾਰ ਕਰੀਏ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਕਿ ਬਿਪ ਸੁਦਾਮਾ ਦਾਲ ਦੀ, ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬ੍ਰਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ, ਚੱਲਿਆ ਗਣਦਾ ਗੱਟੀਆਂ, ਕਿਉਂ ਕਰ ਜਾਈਏ ਕੌਣ ਮਿਲਾਏ, ਪਹੁਤਾ ਨਗਰ ਦਵਾਰਕਾ, ਸਿੰਘ ਦਵਾਰ ਖਲੋਤਾ ਏ, ਪਹਿਲੇ ਦੇ ਪ੍ਰਦਖਣਾ, ਪੈਰੀ ਪੈ ਕੇ ਲੈ ਗਲ ਲਾਏ, ਚਰਨੋਦਕ ਲੈ ਪੈਰ ਧੋਏ, ਸਿੰਘਾਸਨ ਉੱਤੇ ਬੈਠਾਏ, ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦੁਲ ਚੱਬੇ ਓਨ, ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸकुच ਪਠਾਏ, ਚਾਰ ਪਦਾਰਥ ਸकुच ਪਠਾਏ। ਭਾਈ ਗੁਰਦਾਸ ਜੀ ਇਸ ਵਾਰ ਦੇ ਅੰਦਰ ਭਗਤ ਸੁਦਾਮੇ ਦੀ ਤੇ ਉਹਦੇ ਮਿੱਤਰ ਕ੍ਰਿਸ਼ਨ ਜੀ, ਜੋ ਕਿ ਇਸ ਸੰਸਾਰ ਦੇ ਉੱਤੇ ਪ੍ਰਮਾਤਮਾ ਵੀ ਕਹਿਲਾਏ ਗਏ ਤੇ ਜਿਨ੍ਹਾਂ ਨੇ ਰਾਜ ਸਿੰਘਾਸਨ ਦੇ ਉੱਤੇ ਬੈਠ ਕੇ ਬੇਟ ਦਵਾਰਕਾ, ਜਿਹਨੂੰ ਦਵਾਰਕਾ ਨਗਰੀ ਆਖਿਆ ਜਾਂਦਾ ਹੈ, ਉਸ ਦਵਾਰਕਾ ਨਗਰੀ ਦੇ ਉੱਤੇ ਬੈਠ ਕੇ ਰਾਜ ਵੀ ਕੀਤਾ, ਰਾਜ ਸਿੰਘਾਸਨ ਤੇ ਵੀ ਬੈਠੇ। ਸੋ ਇਸ ਵਾਰ ਦੇ ਅੰਦਰ ਭਾਈ ਗੁਰਦਾਸ ਜੀ ਨੇ ਸੁਦਾਮੇ ਦਾ ਜ਼ਿਕਰ ਕੀਤਾ ਹੈ ਕਿ ਸੁਦਾਮਾ ਬਹੁਤ ਗਰੀਬ ਇੱਕ ਬ੍ਰਾਹਮਣ ਸੀ ਜਾਤ ਦਾ, ਪਰ ਹੈ ਇਹ ਗੁਰੂ ਭਾਈ। ਇਹਨਾਂ ਦੋਨਾਂ ਨੇ ਜਿਹੜਾ ਵਾ ਉਹ ਇਹਨਾਂ ਦਾ ਗੁਰੂ ਜਿਹੜਾ ਸੰਦੀਪਨ ਸੀ, ਜਿਹਦੇ ਕੋਲ ਇਹਨਾਂ ਦੋਨਾਂ ਨੇ ਆਪਣੀ ਛੋਟੀ ਉਮਰ ਦੇ ਵਿੱਚ ਜਿਹੜਾ ਵਾ ਉਹ ਗੁਰੂ ਦਕਸ਼ਨਾ ਲੈ ਕੇ ਤੇ ਗੁਰ ਦੀਖਿਆ ਲਈ ਭਾਵ ਪੜ੍ਹਾਈ ਕੀਤੀ। ਦੋਵੇਂ ਇਕੱਠੇ ਪੜ੍ਹੇ, ਇਕੱਠੇ ਖੇਡੇ ਮੱਲੇ। ਤੇ ਸਮਾਂ ਜਦੋਂ ਬਦਲਿਆ, ਜਦੋਂ ਸ੍ਰੀ ਕ੍ਰਿਸ਼ਨ ਜੀ ਨੂੰ ਰਾਜਗੱਦੀ ਮਿਲ ਗਈ, ਪਰਮਾਤਮਾ ਦਾ
ਰੂਪ ਮੰਨਿਆ ਜਾਣ ਲੱਗ ਪਿਆ ਇਸ ਧਰਤੀ ਦੇ ਉੱਤੇ। ਇੱਧਰ ਸੁਦਾਮਾ ਬੜੀ ਗਰੀਬੀ ਵੇਖਦਾ ਹੈ। ਇੰਨੀ ਗਰੀਬੀ ਹੈ ਕਿ ਘਰ ਵਿੱਚ ਪਕਾਉਣ ਵਾਸਤੇ ਇੱਕ ਚੌਲ ਦਾ ਦਾਣਾ ਵੀ ਨਹੀਂ। ਬੜੀ ਗਰੀਬੀ ਕੱਟਦਾ ਹੈ। ਤਨ ਉੱਤੇ ਕੱਪੜੇ ਪਾਟੇ ਨੇ ਤੇ ਇਹਦੀ ਘਰਵਾਲੀ ਬੜੀ ਸੁਸ਼ੀਲ ਸੀ, ਜਿਹੜੀ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਆਪਣਾ ਜੀਵਨ ਬਸਰ ਕਰਦੀ ਸੀ ਤੇ ਪਤੀ ਨੂੰ ਪਰਮੇਸ਼ਰ ਘਰ ਜਾਣਦੀ ਸੀ। ਕਈ ਦਿਨ ਲੰਘੇ, ਜਦੋਂ ਅੰਤ ਘਰ ਦੇ ਵਿੱਚ ਕੁਛ ਵੀ ਨਾ ਬਚਿਆ ਤੇ ਇੱਧਰ ਰਾਜ ਸਿੰਘਾਸਨ ਤੇ ਬੈਠ ਕੇ ਕ੍ਰਿਸ਼ਨ ਜੀ ਰਾਜ ਕਰ ਰਹੇ ਸਨ। ਸਾਰੇ ਸੰਸਾਰ ਦੇ ਵਿੱਚ ਫੈਲ ਗਿਆ ਕਿ ਇਸ ਧਰਤੀ ਦੇ ਮਾਲਕ ਸ੍ਰੀ ਕ੍ਰਿਸ਼ਨ ਜੀ ਹਨ। ਤੇ ਸੁਦਾਮੇ ਦੀ ਘਰਵਾਲੀ ਪਤਨੀ ਨੇ ਆਖਿਆ ਕਿ ਪਤੀ ਦੇਵ, ਕ੍ਰਿਸ਼ਨ ਤੁਹਾਡਾ ਬੜਾ ਮਿੱਤਰ ਸੀ। ਇੱਕੋ ਘਰ ਦੇ ਵਿੱਚ ਜੰਮੇ ਪਲੇ ਜੇ ਤੁਸੀਂ, ਇੱਕੋ ਖੇਡ ਦੇ ਮੈਦਾਨ ਵਿੱਚ ਖੇਡੇ ਜੇ, ਇੱਕੋ ਸਕੂਲ ਦੇ ਵਿੱਚ ਪੜ੍ਹੇ ਜੇ, ਵਿਦਿਆ ਦਾਤਾ ਵੀ ਤੁਹਾਡਾ ਇੱਕ ਹੈ ਤੇ ਇਹ ਤੁਹਾਡਾ ਹਮਜਾਤੀ ਸੀ, ਭਾਵ ਜਿਹਨੇ ਤੁਹਾਡੇ ਨਾਲ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਿਦਿਆ ਹਾਸਲ ਕੀਤੀ। ਤੇ ਜਦੋਂ ਅਸੀਂ ਸੁਦਾਮੇ ਬਾਰੇ ਪੜ੍ਹਦੇ ਹਾਂ ਨਾ, ਸੁਦਾਮੇ ਦੀ ਜ਼ਿੰਦਗੀ ਬਾਰੇ ਪੜ੍ਹਦੇ ਹਾਂ, ਤੇ ਸਮਝ ਵਿੱਚ ਆਉਂਦਾ ਹੈ ਕਿ ਇਹਨੂੰ ਵੀ ਬਹੁਤ ਗਿਆਨ ਸੀ, ਕਿਉਂਕਿ ਇਕੱਠੇ ਪੜ੍ਹੇ ਸੀ। ਜਦੋਂ ਇੰਨੀ ਗੱਲ ਆਖਦੀ ਹੈ ਘਰ ਵਾਲੀ ਕਿ ਪਤੀ ਪਰਮੇਸ਼ਰ ਜੀ, ਇਹ ਸੁਦਾਮਾ ਜੀ, ਕਿਉਂ ਨਹੀਂ ਤੁਸੀਂ ਦਵਾਰਕਾ ਨਗਰੀ ਜਾ ਕੇ ਸ੍ਰੀ ਕ੍ਰਿਸ਼ਨ ਜੀ ਨੂੰ ਮਿਲਦੇ ਤੇ ਆਪਣਾ ਹਾਲ ਦੱਸਦੇ। ਜਦੋਂ ਇੰਨੀ ਗੱਲ ਆਖੀ ਤੇ ਸੁਦਾਮਾ ਆਖਣ ਲੱਗਾ, ਭਗਵਾਨ ਨੇ ਵੇਖ, ਉਹਦਾ ਘਰ ਬਹੁਤ ਉੱਚਾ ਹੈ, ਉਹਦੇ ਮਹਿਲ ਬਹੁਤ ਵੱਡੇ ਨੇ, ਮੇਰੇ ਤਨ ਦੇ ਉੱਤੇ ਕੱਪੜੇ ਪਾਟੇ ਹੋਏ ਨੇ, ਤੇ ਮੈਂ ਜੇ ਉਹਦੀ ਨਗਰੀ ਵੀ ਗਿਆ, ਉਸ ਨੂੰ ਸੁਨੇਹਾ ਕੌਣ ਪਹੁੰਚਾਏਗਾ? ਉਹਨੂੰ ਦੱਸੇਗਾ ਕੌਣ ਕਿ ਤੇਰਾ ਮਿੱਤਰ ਆਇਆ ਹੈ? ਕਿਉਂਕਿ ਜਿਹੜੇ ਅਹਿਲਕਾਰ ਹੁੰਦੇ ਨੇ, ਬੜੇ ਘੱਟ ਅਹਿਲਕਾਰ ਹੁੰਦੇ ਨੇ ਜਿਹੜੇ ਚੰਗੇ ਹੁੰਦੇ ਨੇ, ਨਹੀਂ ਤੇ ਸਾਰਿਆਂ ਨੇ ਮੇਰੀ ਮਸ਼ਕਰੀ ਉਡਾਉਣੀ ਹੈ, ਮੇਰੀ ਖਿੱਲੀ ਉਡਾਉਣੀ ਹੈ। ਪਰ ਬਾਰ-ਬਾਰ ਬੇਨਤੀ ਕਰਨ ਤੇ ਇਹ ਕ੍ਰਿਸ਼ਨ ਜੀ ਵੱਲ ਨੂੰ ਤੁਰ ਪੈਂਦਾ ਹੈ। ਜਦੋਂ ਤੁਰਨ ਲੱਗਦਾ ਨਾ, ਤਾਂ ਘਰ ਵਾਲੀ ਨੇ ਇੱਕ ਕੌਲੀ ਦੇ ਵਿੱਚ ਮੁੱਠ ਚੌਲਾਂ ਦੇ ਦਾਣਿਆਂ ਦੀ ਭੁੰਨ ਕੇ ਤੇ ਉਹ ਕੌਲੀ ਹੱਥ ਵਿੱਚ ਫੜਾ ਦਿੱਤੀ, ਉਹ ਡੱਬੀ ਫੜਾ ਦਿੱਤੀ ਤੇ ਆਖਿਆ ਕਿ ਵੇਖ, ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਨੇ, ਜੇਕਰ ਉਹ ਤੇਰਾ ਮਿੱਤਰ ਹੈ ਤੇ ਤੈਨੂੰ ਬੜੇ ਪਿਆਰ ਸਤਿਕਾਰ ਨਾਲ ਮਿਲੇਗਾ ਤੇ ਮੈਂ ਜਾਣਦੀ ਹਾਂ ਕਿ ਉਹ ਤੇਰਾ ਆਦਰ ਬਹੁਤ ਕਰੇਗਾ। ਪਰ ਇਹ ਹੈ ਕਿ ਸਾਡੇ ਕੋਲ ਦਕਸ਼ਨਾ ਕੋਈ ਨਹੀਂ, ਪਰ ਬਿਨਾਂ ਦਕਸ਼ਨਾ ਤੋਂ ਵੀ ਭਗਵਾਨ ਦੇ ਮਿੱਤਰ ਦੇ ਦਰਸ਼ਨ ਕਰਨੇ ਬਹੁਤ ਮੰਦਭਾਗੇ ਨੇ। ਤੇ ਜੋ ਸਾਡੇ ਘਰ ਵਿੱਚ ਇਹ ਪਿਆਰ ਦੇ ਨਾਲ ਤੂੰ ਲੈ ਕੇ ਜਾ, ਸ੍ਰੀ ਕ੍ਰਿਸ਼ਨ ਜੀ ਪ੍ਰਵਾਨ ਕਰਨਗੇ। ਸੁਦਾਮਾ ਇਸ ਆਸ ਦੇ ਵਿੱਚ ਤੁਰਿਆ ਜਾਂਦਾ ਹੈ। ਮਨ ਵਿੱਚ ਖਿਆਲ ਆਉਂਦੇ ਨੇ ਕਿ ਕਿਹੜਾ ਐਸਾ ਕੋਈ ਮਨੁੱਖ ਹੋਏਗਾ ਜਿਹੜਾ ਮੇਰੀ ਬਾਤ ਜਿਹੜੀ ਆ ਉਹ ਸ੍ਰੀ ਕ੍ਰਿਸ਼ਨ ਜੀ ਤੱਕ ਪਹੁੰਚਾਏਗਾ। ਮਨ ਵਿੱਚ ਇਹ ਸੋਚਦਾ ਤੁਰਿਆ ਜਾਂਦਾ ਹੈ। ਜਦੋਂ ਇਹ ਦਵਾਰਕਾ ਨਗਰੀ ਪਹੁੰਚਦਾ ਨਾ, ਤੇ ਕੀ ਦੇਖਦਾ ਹੈ ਕਿ ਉਹਦੀ ਨਗਰੀ ਵਿੱਚ ਹੈ ਤੇ ਸਾਰੇ ਖੁਸ਼ਹਾਲ, ਪਰ ਜਦੋਂ ਉਸ ਮਹਿਲਾਂ ਦੇ ਗੇਟ ਦੇ ਅੱਗੇ ਅੱਪੜਦਾ ਹੈ ਤੇ ਉੱਥੇ ਜਿਹੜੇ ਸਾਹਮਣੇ ਬੈਠੇ ਅਹਿਲਕਾਰ ਨੇ, ਉਹ ਇਹਦੀ ਖਿੱਲੀ ਉਡਾਉਂਦੇ ਨੇ। ਇਹ ਡੰਡੇ ਦੇ ਸਹਾਰੇ ਤੁਰਿਆ ਹੁੰਦਾ, ਇਹਦਾ ਮਜ਼ਾਕ ਉਡਾਉਂਦੇ ਨੇ। ਜਦੋਂ ਆਣ ਕੇ ਉਹਨਾਂ ਨੂੰ ਆਖਦਾ ਹੈ ਕਿ ਮੈਂ ਸ੍ਰੀ ਕ੍ਰਿਸ਼ਨ ਜੀ ਨੂੰ ਮਿਲਦਾ, ਉਹ ਮਜ਼ਾਕ ਕਰਦੇ ਨੇ ਕਿ ਸ੍ਰੀ ਕ੍ਰਿਸ਼ਨ ਜੀ ਉਹ ਫ੍ਰੀ ਨਹੀਂ ਬੈਠੇ, ਵਿਹਲੇ ਨਹੀਂ ਬੈਠੇ, ਜਿਹੜਾ ਮਰਜ਼ੀ ਆਣ ਕੇ ਆਖੇ ਕਿ ਮੈਂ ਮਿਲਣਾ, ਕੁਝ ਸਮਾਂ ਹੈ, ਉਹ ਸ਼ਾਮ ਨੂੰ ਦਰਸ਼ਨ ਦੇਣਗੇ, ਇੱਥੇ ਖਲੋ ਜਾਈ, ਉਹਨਾਂ ਦੂਰੋਂ ਹੀ ਤੁਹਾਨੂੰ ਦਰਸ਼ਨ ਦੇ ਕੇ ਅੰਦਰ ਚਲੇ ਜਾਣਾ। ਕਹਿੰਦੇ ਨਹੀਂ, ਮੈਂ ਉਹਦਾ ਮਿੱਤਰ ਹਾਂ, ਜੇ ਤੁਸੀਂ ਉਹਨਾਂ ਨੂੰ ਆਖੋਗੇ ਤੁਹਾਡਾ ਮਿੱਤਰ ਆਇਆ ਤੇ ਉਹ ਜ਼ਰੂਰ ਮੇਰੀ ਬਾਤ ਸੁਣਨਗੇ। ਜਦੋਂ ਇੰਨੀ ਗੱਲ ਹੁੰਦੀ ਹੈ ਨਾ,
ਤੇ ਉਹ ਐਲਕਾਰ ਖਿੱਲੀ ਉਡਾਉਂਦੇ ਨੇ, ਪਰ ਇੱਕ ਸਿਆਣਾ ਪੁਰਸ਼ ਵਿੱਚੋਂ ਮਿਲਦਾ, ਉਹ ਕਹਿੰਦਾ ਕਿ ਕੋਈ ਨਹੀਂ, ਮੈਂ ਫਿਰ ਵੀ ਤੇਰੀ ਜਿਹੜੀ ਉਹ ਬਾਤ ਕ੍ਰਿਸ਼ਨ ਜੀ ਤੱਕ ਪਹੁੰਚਾ ਦਿੰਦਾ। ਕਹਿੰਦਾ ਬਸ ਇੰਨਾ ਕਿਉਂਕਿ ਤੁਹਾਡਾ ਹਮਜਾਤੀ ਮਿੱਤਰ ਆਇਆ। ਕਹਿੰਦੇ ਨਾ ਦੱਸਣ ਦੀ ਜ਼ਰੂਰਤ ਨਹੀਂ, ਬਸ ਇੰਨੀ ਗੱਲ ਕਹਿ ਦਿਓ। ਤੇ ਉਸ ਐਲਕਾਰ ਨੂੰ ਵਿਸ਼ਵਾਸ ਹੋ ਗਿਆ ਕਿ ਨਹੀਂ, ਇਹ ਝੂਠ ਨਹੀਂ ਬੋਲਦਾ। ਪਰ ਇੱਧਰ ਸੁਦਾਮਾ ਜਿਹੜਾ ਵਾ ਇਹ ਨਿਰਾਸ਼ ਹੋ ਕੇ ਤੇ ਉਹਦੇ ਮਹਿਲਾਂ ਦੇ ਗੇਟ ਤੇ ਕੁਝ ਸਮਾਂ ਉਡੀਕਦਾ ਜਦੋਂ ਥੱਕ ਜਾਂਦਾ ਹੈ ਤੇ ਲਾਗੇ ਬੈਠੇ ਜਿਹੜੇ ਐਲਕਾਰ ਨੇ, ਸ਼ਰਾਰਤੀ ਅਨਸਰ ਨੇ, ਉਹਨੂੰ ਮਖੌਲ ਕਰਦੇ ਨੇ ਤੇ ਉੱਥੋਂ ਭਜਾ ਦਿੰਦੇ ਨੇ। ਇਹ ਨਿਰਾਸ਼ ਹੋ ਕੇ ਤੇ ਪਿੱਛੇ ਨੂੰ ਮੁੜਦਾ ਹੈ। ਤੇ ਜਦੋਂ ਸ੍ਰੀ ਕ੍ਰਿਸ਼ਨ ਜੀ ਦੇ ਮਹਿਲਾਂ ਤੱਕ ਸ੍ਰੀ ਕ੍ਰਿਸ਼ਨ ਜੀ ਦੇ ਕੰਨਾਂ ਵਿੱਚ ਆਵਾਜ਼ ਪੈਂਦੀ, ਉਹ ਅਹਿਲਕਾਰ ਪਹੁੰਚਦਾ ਹੈ, ਜਾ ਕੇ ਦੱਸਦਾ ਹੈ ਕਿ ਭਗਵਾਨ ਜੀ ਕੋਈ ਬਾਹਰ ਆਇਆ ਸੀ ਮਿਲਣ ਵਾਸਤੇ, ਤੇ ਇਹ ਦੱਸਦਾ ਸੀ ਕਿ ਮੈਂ ਤੁਹਾਡਾ ਮਿੱਤਰ ਹਾਂ ਤੇ ਹਮਜਾਤੀ ਹਾਂ। ਤੇ ਫਿਰ ਸ੍ਰੀ ਕ੍ਰਿਸ਼ਨ ਜੀ ਵੀ ਘੱਟ ਨਹੀਂ, ਉਹਨਾਂ ਨੇ ਆਪਣਾ ਸਿੰਘਾਸਨ ਛੱਡ ਕੇ ਨੰਗੇ ਪੈਰੀ ਜਿਹੜਾ ਆਪਣੇ ਮਹਿਲਾਂ ਚੋਂ ਬਾਹਰ ਆਏ। ਇਹ ਐਲਕਾਰ ਵੇਖ ਕੇ ਦੰਗ ਰਹਿੰਦੇ ਨੇ। ਜਦੋਂ ਗੇਟ ਤੇ ਆਉਂਦੇ ਨੇ, ਪਤਾ ਚੱਲਦਾ ਕਿ ਉਹ ਨਿਰਾਸ਼ ਹੋ ਕੇ ਮੁੜਿਆ, ਫਿਰ ਪਿੱਛੇ ਜਾਂਦੇ ਨੇ। ਉਹਦੀ ਖੋਜ ਕਰਕੇ ਪੁੱਛਦੇ ਜਾਂਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਹੈ ਜਿਹੜਾ ਆਪਣੇ ਦੇਸ਼ ਦਾ ਨਾਂ ਹੋਵੇ। ਤੇ ਉਹ ਜਿਹੜੇ ਵੀ ਜਿਸ ਪੁਰਸ਼ ਨੇ ਵੇਖਿਆ ਹੁੰਦਾ ਉਹ ਦੱਸਦੇ ਕਿ ਐ ਨੂੰ ਗਿਆ, ਤੇ ਕ੍ਰਿਸ਼ਨ ਜੀ ਮਗਰ ਨੰਗੇ ਪੈਰੀ ਜਾਂਦੇ ਨੇ। ਜਾ ਕੇ ਫਿਰ ਉਹਨਾਂ ਦਾ ਮਿਲਾਪ ਹੁੰਦਾ, ਗਲਵਕੜੀ ਵਿੱਚ ਲੈਂਦੇ ਨੇ, ਅੱਖਾਂ ਵਿੱਚ ਅਥਰੂ ਨੇ। ਤੇ ਸੁਦਾਮਾ ਬੜਾ ਖੁਸ਼ ਹੁੰਦਾ, ਕਿਉਂਕਿ ਜਿਹੜਾ ਮਿੱਤਰ ਸਨੇਹੀ ਮਿੱਤਰ ਹੁੰਦਾ ਨਾ, ਸੱਜਣ, ਅਸਲ ਵਿੱਚ ਸੱਜਣ, ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਸੱਜਣ ਵੀ ਉਹ ਜਿਹੜਾ ਨਾਲ ਨਿਭੇ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਅਸਲ ਵਿੱਚ ਸੱਜਣ ਵੀ ਉਹੀ ਹੁੰਦੇ ਨੇ। ਉਹ ਸੱਜਣ ਨਹੀਂ ਕਿ ਜਿਹੜੇ ਭੀੜ ਪਏ ਸੰਸਾਰ ਦੇ ਉੱਤੇ ਤੇ ਨੱਠ ਕੇ ਭੱਜ ਜਾਣ। ਗੁਰ ਇਤਿਹਾਸ ਵਿੱਚ ਵੀ ਬੜੀਆਂ ਸਾਖੀਆਂ ਨੇ, ਖੈਰ ਉਹਦੇ ਬਾਰੇ ਵੀ ਅਸੀਂ ਜ਼ਿਕਰ ਕਰਾਂਗੇ। ਜਦੋਂ ਸੁਦਾਮਾ ਜੀ ਮਿਲਦੇ ਨੇ ਕ੍ਰਿਸ਼ਨ ਜੀ ਨੂੰ, ਤੇ ਕ੍ਰਿਸ਼ਨ ਬੜੇ ਖੁਸ਼ ਹੁੰਦੇ ਨੇ, ਗਲਵਕੜੀ ਵਿੱਚ ਲੈਂਦੇ ਨੇ, ਆਪਣੀਆਂ ਪਲਕਾਂ ਤੇ ਬਿਠਾ ਲੈਂਦੇ ਨੇ। ਕਹਿਣ ਤੋਂ ਭਾਵ ਵੀ ਬੜਾ ਸਤਿਕਾਰ ਦਿੰਦੇ ਨੇ। ਆਪ ਉਹਨੂੰ ਆਪਣੇ ਮਹਿਲਾਂ ਵਿੱਚ ਖੜਦੇ ਨੇ, ਆਪਣੇ ਸਿੰਘਾਸਣ ਤੇ ਬਿਠਾ ਦਿੰਦੇ ਨੇ, ਉਹਦੀ ਆਓ ਭਗਤ ਕਰਦੇ ਨੇ। ਆਓ ਭਗਤ ਕਰਦਿਆਂ ਗੱਲਾਂ ਚੱਲਦੀਆਂ ਨੇ ਕਿ ਸੁਦਾਮਾ ਜੀ, ਤੁਹਾਨੂੰ ਯਾਦ ਹੈ ਜਦੋਂ ਅਸੀਂ, ਮਾਫ ਕਰਨਾ 1 ਮਿੰਟ ਬਸ, ਹਾਂਜੀ ਵਾਹਿਗੁਰੂ ਜੀ, ਜਦੋਂ ਸ੍ਰੀ ਕ੍ਰਿਸ਼ਨ ਜੀ ਇਹਨੂੰ ਲੈ ਕੇ ਆਉਂਦੇ ਆ ਨਾ, ਜਦੋਂ ਸ੍ਰੀ ਕ੍ਰਿਸ਼ਨ ਜੀ ਸੁਦਾਮੇ ਨੂੰ ਆਪਣੇ ਮਹਿਲਾਂ ਵਿੱਚ ਲੈ ਕੇ ਆਉਂਦੇ ਨੇ, ਉਹ ਸਾਰੀ ਗੱਲ ਚੇਤੇ ਕਰਾਉਂਦੇ ਨੇ। ਕਹਿੰਦੇ ਪਤਾ ਤੂੰ ਘਰੋਂ ਡੱਬੀ ਵਿੱਚ ਪਾ ਕੇ ਮੈਂ ਕੁਝ ਦਾਣੇ ਭੁੰਨ ਕੇ ਲਿਆਇਆ ਸੀ, ਤੇ ਸੁਦਾਮਿਆ ਤੂੰ ਖਾ ਗਿਆ ਸੀ, ਮੇਰੇ ਲਈ ਇੱਕ ਵੀ ਨਹੀਂ ਛੱਡਿਆ। ਤੇ ਜਦੋਂ ਮੈਂ ਆਇਆ ਨਾ, ਤੇ ਮੈਂ ਤੇਰੇ ਨਾਲ ਗਿਲਾ ਕੀਤਾ, ਮੈਂ ਤੇਰੇ ਨਾਲ ਲੜਿਆ। ਤੇ ਉਹ ਜਦੋਂ ਚੇਤਾ ਆਇਆ, ਤੇ ਫਿਰ ਸੁਦਾਮੇ ਨੇ ਆਪਣੇ ਉਹ ਥੈਲੇ ਵਿੱਚੋਂ ਉਹ ਬਰਤਨ ਕੱਢਿਆ, ਉਹ ਡੱਬੀ ਕੱਢੀ, ਉਹ ਕੌਲੀ ਕੱਢੀ, ਤੇ ਕੌਲੀ ਕੱਢ ਕੇ ਤੇ ਸ੍ਰੀ ਕ੍ਰਿਸ਼ਨ ਜੀ ਦੇ ਅੱਗੇ ਰੱਖ ਦਿੱਤੀ। ਆਖਣ ਲੱਗੇ, ਆ ਮੈਂ ਤੁਹਾਡੇ ਲਈ ਕੁਝ ਲੈ ਕੇ ਆਇਆ ਹਾਂ। ਇਸ ਦੇ ਬਾਬਤ ਇਹ ਸਾਰੀ ਜਿਹੜੀ ਵਾਰਤਾ, ਇਹਦੇ ਬਾਬਤ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਇੱਕ ਕਵੀ ਹੋਇਆ, ਬੁਦੇਲਖੰਡ ਦਾ ਨਿਵਾਸੀ। ਗੁਰੂ ਦਰਬਾਰ ਵਿੱਚ ਗਿਆ ਨਾ, ਤੇ ਜਦੋਂ ਗੁਰੂ ਦਰਬਾਰ ਦੇ ਵਿੱਚ ਜਾ ਕੇ ਦੇਖਦਾ ਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਾਬਤ, ਤੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਥਾਏ ਇੱਕ ਕਵਿਤਾ ਜਿਹੜੀ ਉਹ ਉਚਾਰਨ ਕਰਦਾ, ਉਹਦੇ ਵਿੱਚ ਦ੍ਰਿਸ਼ਟਾਂਤ ਇਹ ਦਿੰਦਾ ਸੁਦਾਮੇ ਦਾ। ਕਹਿੰਦੇ ਕਿ ਏਕੈ ਸੰਗ ਪੜ੍ਹੇ ਹੈ ਅਵੰਤਿਕਾ ਸੰਦੀਪਨੀ ਕੇ। ਕਹਿੰਦੇ ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਇੱਕੋ ਸੰਗ ਪੜ੍ਹੇ ਨੇ, ਤੇ ਗੁਰੂ ਇਹਨਾਂ ਦਾ ਸੰਦੀਪਨ ਹੈ। ਸੋਈ ਸੁਧ ਆਈ ਤੋਂ ਬੁਲਾਈ ਬੁਝੀ ਬਾਮਾ ਮੈਂ। ਉਹਨੂੰ ਜਦੋਂ ਬੁਲਾਵਾ ਆਇਆ, ਉਹਨੂੰ ਪਤਾ ਚੱਲਿਆ, ਤੇ ਫਿਰ ਉਹ ਆਪਸ ਵਿੱਚ ਮਿਲੇ ਨੇ।
मूंगी फल होत तो असी देतो नाथ जी को, तंदुल ले दीने बांध लीने फटे जामा मैं, दीन दयाल सुन के दयाल दरबार मिले, ये तो कुछ दिनों पाई अगणत सामा मैं, प्रीत कर जाने गुरु गोबिंद के माने, तांते वही तू गोबिंद वही बामण सुदामा मैं। ਕਹਿੰਦੇ हे ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਜਿਸ ਤਰ੍ਹਾਂ ਅੱਜ ਕ੍ਰਿਸ਼ਨ ਤੇ ਸੁਦਾਮਾ ਉਸ ਰਾਜ ਸਿੰਘਾਸਨ ਤੇ ਬੈਠ ਕੇ ਉਸ ਕੌਲੇ ਵਿੱਚੋਂ ਚੌਲ ਛਕਦੇ ਆ ਨਾ, ਭੁੱਜੇ ਹੋਏ ਦਾਣੇ, ਤੇ ਪ੍ਰੇਮ ਦੀਆਂ ਗੱਲਾਂ ਕਰਦੇ ਨੇ, ਤੇ ਮੈਨੂੰ ਯਾਦ ਆ ਰਿਹਾ, ਇਹ ਪਾਤਸ਼ਾਹ ਮੈਂ ਉਹ ਬਾਹਮਣ ਸੁਦਾਮਾ ਬਾਹਮਣ ਵਾ ਜਿਹੜਾ ਕੰਗਾਲ ਹਾਂ, ਤੇ ਉਸ ਕੰਗਾਲਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ। ਜਦੋਂ ਤੇਰੇ ਚਰਨਾਂ ਵਿੱਚ ਆਇਆ, ਤੂੰ ਕ੍ਰਿਸ਼ਨ ਵਾਂਗਾ ਮੈਨੂੰ ਆਪਣੀਆਂ ਪਲਕਾਂ ਤੇ ਬਿਠਾ ਲਿਆ, ਆਪਣੀ ਗੋਦ ਵਿੱਚ ਬਿਠਾ ਲਿਆ। ਪਾਤਸ਼ਾਹ ਤੂੰ, ਮੈਨੂੰ ਲੱਗਦਾ ਇਹ ਉਸਤਤ ਕਰ ਰਹੇ ਨੇ ਕਵੀ ਜਨ, ਕਹਿੰਦੇ ਪਾਤਸ਼ਾਹ ਮੈਨੂੰ ਲੱਗਦਾ ਕਿ ਤੂੰ ਕ੍ਰਿਸ਼ਨ ਹੈ, ਜਿਸ ਤਰ੍ਹਾਂ ਸੁਦਾਮੇ ਨੂੰ ਆਪਣੇ ਕੋਲ ਬਿਠਾ ਕੇ ਉਹਦੇ ਨਾਲ ਪਿਆਰ ਕਰਦਾ ਪਿਆ, ਇਸੇ ਤਰ੍ਹਾਂ ਹੀ ਇਹ ਪਾਤਸ਼ਾਹ ਤੂੰ ਮੈਨੂੰ ਆਪਣੀ ਗੋਦ ਵਿੱਚ ਬਿਠਾ ਕੇ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਕੇ ਤੂੰ ਮੈਨੂੰ ਜਿਹੜਾ ਵਾ ਉਹ ਪਿਆਰ ਤੇ ਸਤਿਕਾਰ ਦਿੱਤਾ। ਸੋ ਇਸ ਤਰ੍ਹਾਂ ਸੁਦਾਮਾ ਤੇ ਕ੍ਰਿਸ਼ਨ ਆਪਸ ਵਿੱਚ ਬਾਤ ਕਰਦੇ ਨੇ, ਉਹ ਚੌਲਾਂ ਦੇ ਦਾਣੇ ਛਕਦੇ ਨੇ, ਤੇ ਛਕਦਿਆਂ ਅਖੀਰ ਵਿੱਚ ਜਦੋਂ ਸੁਦਾਮੇ ਨੂੰ ਕ੍ਰਿਸ਼ਨ ਆਖਦਾ ਹੈ ਕਿ ਸੁਦਾਮਾ ਜੀ, ਇਹ ਮੇਰੇ ਮਿੱਤਰ ਪਰਮ ਮਿੱਤਰ, ਤੇਰੇ ਉੱਤੇ ਇੰਨੀ ਕੰਗਾਲਤਾ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਜੇ ਮੈਨੂੰ ਦੱਸਦਾ ਮੈਂ ਤੇਰੀ ਕੰਗਾਲਤਾ ਜਿਹੜੀ ਸੀ ਉਹ ਦੂਰ ਕਰ ਦੇਣੀ ਸੀ। ਤੇ ਕ੍ਰਿਸ਼ਨ ਨੇ ਜਦੋਂ ਇੰਨੀ ਗੱਲ ਆਖੀ, ਸੁਦਾਮੇ ਨੇ ਆਖਿਆ ਸੀ, ਮੇਰੇ ਮਿੱਤਰ, ਜਿੱਥੇ ਸੱਜਣਤਾਈ ਹੁੰਦੀ ਹੈ ਨਾ, ਜਿੱਥੇ ਦੋਸਤੀ ਹੁੰਦੀ ਹੈ, ਜਿੱਥੇ ਮਿੱਤਰਤਾ ਹੁੰਦੀ ਹੈ, ਉਸ ਮਿੱਤਰਤਾ ਦੇ ਅੱਗੇ ਨਾ ਤੇ ਕੰਗਾਲਤਾ ਆਉਣੀ ਚਾਹੀਦੀ ਹੈ ਤੇ ਨਾ ਅਮੀਰੀ ਆਉਣੀ ਚਾਹੀਦੀ ਹੈ। ਮਿੱਤਰਤਾ ਦੇ ਵਿੱਚ ਮਿੱਤਰਤਾ ਹੀ ਆਉਣੀ ਚਾਹੀਦੀ ਹੈ। ਇੰਨੀਆਂ ਗੱਲਾਂ ਬਾਤਾਂ ਸੁਣ ਕੇ ਕ੍ਰਿਸ਼ਨ ਨਿਹਾਲ ਹੋ ਗਿਆ ਕਿ ਮੇਰਾ ਦੋਸਤ ਇੰਨਾ ਉੱਚੇ ਗੁਣਾਂ ਦਾ ਧਾਰਨੀ। ਫਿਰ ਵੀ ਜਾਂਦਿਆਂ ਜਾਂਦਿਆਂ ਜਦੋਂ ਰੋਕਿਆ, ਬੜਾ ਰੋਕਿਆ ਕਿ ਸੁਦਾਮਾ ਜੀ ਮੇਰੇ ਕੋਲ ਠਹਿਰੋ, ਮੇਰੇ ਕੋਲ ਰੁਕੋ, ਕਹਿੰਦੇ ਨਹੀਂ, ਮੈਂ ਕੇਵਲ ਤੁਹਾਨੂੰ ਮਿਲਣ ਵਾਸਤੇ ਆਇਆ ਸੀ, ਤੇ ਮੇਰੇ ਮਨ ਦੇ ਅੰਦਰ ਜਿਹੜੀ ਤ੍ਰਿਸ਼ਨਾ ਸੀ ਉਹ ਖਤਮ ਹੋ ਗਈ। ਹੁਣ ਮੈਂ ਧੰਨ ਹੋ ਗਿਆ। ਤੇ ਜਦੋਂ ਜ਼ਿਆਦਾ ਜਿੱਦ ਕੀਤੀ, ਫਿਰ ਕ੍ਰਿਸ਼ਨ ਜੀ ਨੇ ਇਹਨੂੰ ਚਾਰੇ ਪਦਾਰਥ, ਚੌਂ ਯੁੱਗਾਂ ਦੇ ਪਦਾਰਥ ਜਿਹੜੇ ਉਹ ਦੇ ਕੇ ਨਵਾਜਿਆ। ਇਹਦੀ ਕੰਗਾਲਤਾ, ਇਹਦੀ ਦਲਿਦਰੀ ਜਿਹੜੀ ਸੀ ਉਹ ਖਤਮ ਕਰ ਦਿੱਤੀ। ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਆਪਣੀ ਮਿੱਤਰਤਾ ਨਿਭਾਈ, ਤੇ ਸੁਦਾਮੇ ਨੇ ਕੰਗਾਲਤਾ ਵਿੱਚ ਵੀ ਕ੍ਰਿਸ਼ਨ ਦੇ ਉੱਤੇ ਥੋਪਿਆ ਨਹੀਂ ਕਿ ਮੈਂ ਕੰਗਾਲ ਹਾਂ ਤੇ ਕ੍ਰਿਸ਼ਨ ਦੇ ਰਾਜ ਵਿੱਚ ਜਾ ਕੇ ਮੈਨੂੰ ਰਾਜ ਭਾਗ ਦੀ ਗੱਦੀ ਦੇ ਉੱਤੇ ਨਾਲ ਥਾਂ ਮਿਲ ਰਹੀ ਹੈ ਤੇ ਮੈਂ ਬੈਠ ਜਾਵਾਂ। ਨਹੀਂ, ਕਹਿੰਦੇ ਨਹੀਂ, ਮਿੱਤਰਤਾ ਐਸੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਧਨ ਪਦਾਰਥ ਇਹ ਤੁੱਛ ਲੱਗਣ। ਹਾਂ, ਇੱਕ ਦੂਜੇ ਦੀ ਸਹਾਇਤਾ ਕਰਨੀ ਇਸ ਸਾਖੀ ਤੋਂ ਪ੍ਰਗਟ ਹੁੰਦੀ ਹੈ। ਇਹਦੀ ਪੌੜੀ ਦੀ ਵਿਚਾਰ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਸਾਖੀ ਗੁਰੂ ਘਰ ਦੇ ਵਿੱਚ ਵੀ, ਕਿਉਂਕਿ ਮਿੱਤਰਤਾ ਕੈਸੀ ਹੋਣੀ ਚਾਹੀਦੀ ਹੈ, ਇਹ ਗੁਰੂ ਸਾਹਿਬਾਨਾਂ ਨੇ ਵੀ ਦਰਸਾਇਆ। ਜਦੋਂ ਲਾਹੌਰ ਦੀ ਧਰਤੀ ਦੇ ਉੱਤੇ ਭਾਈ ਜੇਠਾ ਜੀ ਅਨਾਥ ਹੁੰਦੇ ਹਨ, ਤੇ ਨਾ ਮਾਂ ਰਹਿੰਦੀ ਆ, ਨਾ ਪਿਓ ਰਹਿੰਦਾ, ਚਾਚੇ ਤਾਏ ਸਾਕ ਸੰਬੰਧੀ ਸਭ ਆਸਰਾ ਛੱਡ ਦਿੰਦੇ ਨੇ। ਤੇ ਉਸ ਸਮੇਂ ਜਦੋਂ ਸਾਰੇ ਆਸਰੇ ਮੁੱਕ ਗਏ ਤੇ ਨਾਨੀ ਨੇ ਫਿਰ ਆਪਣੀ ਉਂਗਲੀ ਲਾਇਆ ਲਾਹੌਰ ਤੋਂ ਬਾਸਰ ਕੇ। ਜਦੋਂ ਬਾਸਰ ਕੇ ਨੂੰ ਤੁਰੇ ਨੇ, ਪਿੱਛੇ ਤੱਕਿਆ ਭਾਈ ਜੇਠੇ ਨੇ ਕਿ ਇੱਥੇ ਮੇਰੀ ਬਾਂਹ ਫੜਨ ਵਾਲਾ ਕੋਈ ਵੀ ਨਹੀਂ। ਤੁਰਦਿਆਂ ਤੁਰਦਿਆਂ ਬਾਸਰ ਕੇ ਆਣ ਕੇ ਨਾਨੀ ਦੇ ਘਰ ਡੇਰਾ ਲਾਉਂਦੇ ਨੇ। ਨਾਨੀ ਨੇ ਹੁਣ ਸਮਝਾਇਆ, ਪੁੱਤਰ ਦੇਖ, ਮੈਂ ਬਜ਼ੁਰਗ ਹਾਂ, ਮੇਰੇ ਹੱਡ ਪੈਰ ਕੰਮ ਨਹੀਂ ਕਰਦੇ, ਮੈਂ ਇੰਨਾ ਕੁ ਕਰ ਸਕਦੀ ਹਾਂ, ਤੈਨੂੰ ਅੰਨ ਪਾਣੀ ਜਿਹੜਾ ਰਾਸ਼ਨ ਆ ਉਹ ਪਕਾ ਕੇ ਦੇ ਸਕਦੀ ਹਾਂ, ਪਰ ਕਮਾਈ ਤੈਨੂੰ ਕਰਨੀ ਪੈਣੀ ਪੁੱਤਰ। ਜਦੋਂ ਇੰਨੀ ਗੱਲ ਆਖੀ, ਨਾਨੀ ਮਾਂ ਕਿਸ ਤਰ੍ਹਾਂ? ਕਹਿੰਦੀ ਵੀ ਚਣੇ ਲਿਆ ਦੇ, ਮੈਂ ਤੈਨੂੰ ਉਬਾਲ ਦਿੰਦੀ ਹਾਂ।
ਇਹ ਘੁੰਗਣੀਆਂ ਵੇਚ ਆਏਗਾ ਤੇ ਤੇਰੇ ਘਰ ਦਾ ਗੁਜ਼ਾਰਾ ਚੱਲੇਗਾ। ਇਸ ਤਰ੍ਹਾਂ ਹੀ ਕਰਦੇ ਨੇ ਭਾਈ ਜੇਠਾ ਜੀ। ਇੱਥੇ ਜਦੋਂ ਬਾਸਰ ਕੇ ਪਹੁੰਚਦੇ ਆ ਨਾ ਤੇ ਇੱਥੇ ਪਿੰਡ ਦੇ ਵਿੱਚ ਸਾਰੇ ਰੌਲਾ ਪੈਂਦਾ ਕਿ ਵੇਖੋ ਫਲਾਣੇ ਦੇ ਦੋਤੇ ਦਾ ਕੀ ਹਾਲ ਹੈ, ਅਨਾਥ ਹੋ ਗਿਆ, ਮਾਂ ਪਿਓ ਨਹੀਂ ਸਿਰ ਤੇ ਰਿਹਾ, ਘਰਦਿਆਂ ਪੁੱਛਿਆ ਨਹੀਂ, ਚਾਚੇ ਤਾਇਆਂ ਨੇ ਬਾਤ ਨਹੀਂ ਪੁੱਛੀ, ਰਿਸ਼ਤੇਦਾਰਾਂ ਨੇ ਬਾਤ ਨਹੀਂ ਪੁੱਛੀ, ਬੁੱਢੀ ਨਾਨੀ ਦੇ ਕੋਲ ਹੈ, ਬੜਾ ਔਖਾ ਸਮਾਂ। ਹਰ ਕੋਈ ਕਰਦਾ ਪਰ ਸਾਥ ਕੋਈ ਨਹੀਂ ਦਿੰਦਾ। ਜਦੋਂ ਪਤਾ ਚੱਲਦਾ ਨਾ ਇਸ ਬਾਸਰਕੇ ਦੇ ਨਿਵਾਸੀ ਬਾਬਾ ਅਮਰਦਾਸ ਜੀ ਨੂੰ, ਕਿਉਂਕਿ ਉਦੋਂ ਅਜੇ ਅਮਰਦਾਸ ਜੀ ਗੁਰੂ ਨਹੀਂ ਸਨ ਬਣੇ, ਬਾਬਾ ਅਮਰਦਾਸ ਜੀ ਨੂੰ ਪਤਾ ਚੱਲਦਾ ਤੇ ਆਣ ਕੇ ਦੁੱਖ ਸਾਂਝਾ ਕਰਦੇ ਨੇ ਤੇ ਆਖਦੇ ਨੇ, ਪੁੱਤਰ ਕੋਈ ਨਹੀਂ, ਜੋ ਉਹਦਾ ਹੁਕਮ ਹੈ ਨਾ ਰੱਬ ਦਾ, ਉਹਦੇ ਹੁਕਮ ਵਿੱਚ ਰਹਿੰਦਿਆਂ ਕਿਰਤ ਕਰੇਗਾ ਤੇ ਉਹਦੀ ਨਿਗਾਹ ਸਵੱਲੀ ਹੋਵੇਗੀ। ਕੁਝ ਸਮੇਂ ਬਾਅਦ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ, ਬਾਬਾ ਅਮਰਦਾਸ ਜੀ ਗੁਰੂ ਗੱਦੀ ਤੇ ਬੈਠਦੇ ਨੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਹੁਣ ਖਡੂਰ ਦੀ ਧਰਤੀ ਤੋਂ ਚੱਲ ਕੇ ਤੇ ਗੋਇੰਦਵਾਲ ਵਸਾਉਣਾ। ਹਾਲਾਂਕਿ ਗੋਇੰਦਵਾਲ ਦੀ ਉਸਾਰੀ ਸ਼ੁਰੂ ਹੋ ਗਈ ਸੀ। ਖੈਰ ਜਦੋਂ ਬਾਬਾ ਅਮਰਦਾਸ ਜੀ ਚੱਲੇ ਆ ਨਾ ਤੇ ਫਿਰ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਭਾਈ ਜੇਠੇ ਦਾ ਸਾਥ ਦਿੱਤਾ, ਮਿੱਤਰਤਾ ਨਿਭਾਈ। ਇੱਥੇ ਸਾਖ ਸੰਬੰਧੀ ਸਭ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਇਹ ਪਾਤਸ਼ਾਹ ਇਸ ਧਰਤੀ ਤੇ ਮੇਰਾ ਕੋਈ ਨਹੀਂ ਬਣਿਆ, ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ, ਨਾ ਮੇਰੇ ਚਾਚੇ ਮੇਰੇ ਕੋਲ ਆਏ, ਨਾ ਮੇਰੇ ਤਾਇਆਂ ਨੇ ਆਣ ਕੇ ਮੈਨੂੰ ਗਲਵਕੜੀ ਵਿੱਚ ਲਿਆ, ਨਾ ਮੇਰੇ ਕਿਸੇ ਰਿਸ਼ਤੇਦਾਰ ਨੇ, ਨਾ ਮਾਸੀਆਂ ਮਾਮੀਆਂ ਚਾਚੀਆਂ ਤਾਈਆਂ, ਕਿਸੇ ਨੇ ਨਹੀਂ ਸਾਥ ਦਿੱਤਾ। ਇੱਥੋਂ ਤੱਕ ਕਿ ਜਿਹੜੇ ਸਕੀ ਸਨੇਹੀ ਮੇਰੇ ਮਿੱਤਰ ਸਨ, ਮੇਰੇ ਪਿਓ ਦੇ ਮਿੱਤਰ ਸਨ, ਉਹਨਾਂ ਨੇ ਮੇਰਾ ਸਾਥ ਛੱਡ ਦਿੱਤਾ। ਜੇ ਸਾਥ ਦਿੱਤਾ ਤੇ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਸੀਂ। ਇਹ ਸ਼ਬਦ ਵੀ ਆਉਂਦਾ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਦੀ ਧਰਤੀ ਤੇ ਲੈ ਕੇ ਆਉਂਦੇ ਹਨ। ਇੱਥੇ ਭਾਈ ਜੇਠਾ ਜੀ, ਇਹ ਨਹੀਂ ਕਿ ਜੇ ਮਿੱਤਰ ਨੇ ਨਾਲ ਲੈ ਆਂਦਾ, ਆਖਿਆ ਕਿ ਹੁਣ ਸਾਡੇ ਵਰਗਾ ਹੁੰਦਾ ਤੇ ਆਖਣੇ ਗੁਰੂ ਘਰ ਦੇ ਵਿੱਚ ਹੁਣ ਲੰਗਰ ਚੱਲਣ ਲੱਗ ਪਿਆ, ਹੁਣ ਕਮਾਈ ਕਰਨ ਦੀ ਕੀ ਲੋੜ ਆ, ਸੇਵਾ ਕਰੋ ਤੇ ਲੰਗਰ ਛਕੋ। ਨਹੀਂ, ਕੁਝ ਸਮਾਂ ਘੁੰਗਣੀਆਂ ਵੇਚਣੀਆਂ, ਕੁਝ ਪੈਸੇ ਹੋਣੇ ਤੇ ਉਹਦੀਆਂ ਘੁੰਗਣੀਆਂ ਲਿਆ ਕੇ ਨਾਨੀ ਨੂੰ ਮਾਂ ਨੂੰ ਦੇ ਦੇਣੀਆਂ, ਛੋਲੇ ਕਾਲੇ ਚਣੇ ਜਿਹੜੇ ਨੇ ਉਹ ਲਿਆ ਕੇ ਦੇ ਦੇਣੇ। ਤੇ ਜਦੋਂ ਚਣੇ ਲਿਆ ਕੇ ਦੇ ਦੇਣੇ ਹਨ ਤੇ ਫਿਰ ਆਪ ਗੁਰੂ ਘਰ ਦੇ ਵਿੱਚ ਬੌਲੀ ਦਾ ਨਿਰਮਾਣ ਹੋ ਰਿਹਾ, ਉੱਥੇ ਜਾ ਕੇ ਸੇਵਾ ਵਿੱਚ ਜੁੜ ਜਾਣਾ। ਸੇਵਾ ਕਰਦਿਆਂ ਕਰਦਿਆਂ ਕਈ ਜਿਹੜੇ ਵਰੇ ਉਹ ਲੰਘ ਗਏ ਨੇ, ਕਿੰਨਾ ਸਮਾਂ ਬਤੀਤ ਹੋ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਦਿਨ ਜਦੋਂ ਮਾਤਾ ਨੇ ਆਖਿਆ ਨਾ ਕਿ ਸਾਨੂੰ ਧੀ ਲਈ ਵਰ ਚਾਹੀਦਾ, ਤੇ ਗੁਰੂ ਸਾਹਿਬ ਨੇ ਪੁੱਛਿਆ ਕਿਹੜਾ ਵਾਰ ਹੋਵੇ। ਕਹਿੰਦੇ ਜਿਸ ਤਰ੍ਹਾਂ ਦਾ ਉਹ ਲੜਕਾ ਕੰਮ ਕਰ ਰਿਹਾ ਨਾ। ਕਿਹੜਾ ਜੀ? ਭਾਈ ਜੇਠਾ, ਜਿਹਨੂੰ ਤੁਸੀਂ ਜੇਠਾ ਜੇਠਾ ਕਹਿ ਕੇ ਬੁਲਾਉਂਦੇ ਜੇ, ਬੜਾ ਹਿੰਮਤੀ ਹੈ ਮੁੰਡਾ। ਇਹ ਜਦੋਂ ਆਪਣੀ ਕਿਰਤ ਛੱਡ ਕੇ, ਕਿਰਤ ਕਰਕੇ ਆਣ ਕੇ ਤੇ ਗੁਰੂ ਦੀ ਸੇਵਾ ਵਿੱਚ ਲੱਗ ਜਾਂਦਾ, ਇਹਦਾ ਮਨ ਵੀ ਤੇ ਇਹਦਾ ਤਨ ਵੀ ਦੋਵੇਂ ਬੜੇ ਸਮਰਪਣ ਨੇ। ਇਹ ਸੋਹਣਾ ਸੁਨੱਖਾ ਵੀ ਬੜਾ ਹੈ ਤੇ ਮਨ ਦਾ ਸਾਫ਼ ਵੀ ਬੜਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਐਸਾ ਮਨੁੱਖ ਤੇ ਇਹੀ ਹੈ ਨਾ, ਇਹਦੇ ਵਰਗਾ ਤਾਂ ਹੋਰ ਕੋਈ ਹੋ ਨਹੀਂ ਸਕਦਾ, ਅਸੀਂ ਕਿਉਂ ਨਾ ਇਹਦੇ ਵਾਲੀ ਰਿਸ਼ਤਾ ਕਰ ਦਈਏ। ਰਿਸ਼ਤਾ ਕਰ ਦਿੱਤਾ। ਅਖੀਰ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਉਣ ਲੱਗਦੇ ਨੇ ਤੇ ਪ੍ਰੀਖਿਆ ਕਰਕੇ ਅਖੀਰ ਤੇ ਜਦੋਂ ਭਾਈ ਜੇਠੇ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਰਾਮਦਾਸ ਨਾਮ ਦਿੰਦੇ ਹਨ ਤੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਵਿੱਚ ਨੀਰ ਵਹਿ ਤੁਰਦਾ। ਕਿਉਂ ਨੀਰ ਵਹਿੰਦਾ? ਭਾਈ ਬਾਬਾ ਸੁੰਦਰ ਜੀ ਕਹਿੰਦੇ ਨੇ, ਗੁਰਬਾਣੀ ਦੇ ਅੰਦਰ ਜ਼ਿਕਰ ਹੈ, ਕਹਿੰਦੇ ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਇਸ ਕਰਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ, ਜਿਹਨੂੰ ਕੋਈ ਨਹੀਂ ਸੀ ਨਾ ਪੁੱਛਦਾ, ਜਿਹਦੀ ਆਵਾਜ਼ ਕੋਈ ਪੁੱਛਣ ਵਾਲਾ ਨਹੀਂ ਸੀ। ਤੇ ਬਾਬਾ ਸੁੰਦਰ ਜੀ ਕਹਿੰਦੇ ਕਹੈ ਸੁੰਦਰ। ਸੁੰਦਰ ਜੀ ਕਹਿੰਦੇ ਮੈਂ ਕਹਿ ਰਿਹਾ, ਸੁਣੋ ਸੰਤੋ, ਇਹ ਸੰਤ ਜਨੋ, ਇਹ ਗੁਰੂ ਦੇ ਸਿੱਖੋ ਸੁਣੋ।
ਜਿਹਨੂੰ ਲੋਕ ਨਿਥਾਵਾਂ ਕਹਿੰਦੇ ਸਨ, ਅੱਜ ਸਭ ਜਗਤ ਪੈਰੀ ਪਾਏ ਜੀ। ਸਾਰਾ ਜਗਤ ਇੱਕ ਨਹੀਂ, ਕੋਈ ਇੱਕ ਨਗਰ ਨਹੀਂ, ਕੋਈ ਆਂਢੀ ਗੁਆਂਢੀ ਨਹੀਂ, ਕੋਈ ਇੱਕ ਰਿਆਸਤ ਦਾ ਨਹੀਂ, ਸਾਰਾ ਜਗਤ। ਕੋਈ ਇੱਕ ਦੇਸ਼ ਨਹੀਂ, ਇੱਕ ਰਿਆਸਤ ਨਹੀਂ, ਸਾਰਾ ਜਗਤ ਆਣ ਕੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੈਰੀ ਵਿੱਚ ਸਜਦਾ ਕੀਤਾ। ਤੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਹੱਥ ਜੋੜ ਕੇ ਖਲੋ ਜਾਂਦੇ ਨੇ, ਕਹਿੰਦੇ ਪਾਤਸ਼ਾਹ ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਦੋਂ ਮੈਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ ਸੀ ਨਾ, ਫਿਰ ਤੂੰ ਹੀ ਮੇਰਾ ਪਿਤਾ ਬਣਿਆ, ਤੂੰ ਹੀ ਮੇਰੀ ਮਾਤਾ ਬਣਿਆ, ਤੂੰ ਗੁਰ ਬੰਦਪ ਮੇਰਾ, ਤੂੰ ਹੀ ਮੇਰਾ ਵੱਡਾ ਭਰਾ ਬਣਿਆ, ਸਖਾ ਸਖਾਏ, ਤੇ ਤੂੰ ਹੀ ਮੇਰਾ ਮਿੱਤਰ ਬਣਿਆ। ਸਖਾ ਕਹਿੰਦੇ ਨੇ ਮਿੱਤਰ ਨੂੰ, ਸਗਾ ਮਿੱਤਰ ਮੇਰਾ ਤੂੰ ਬਣਿਆ। ਤੇ ਜਦੋਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਇਸੇ ਸ਼ਬਦ ਦੇ ਅੰਦਰ ਹੀ ਅਗਲਾ ਬੰਦ ਜਦੋਂ ਉਚਾਰਨ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਦੋਂ ਮੈਂ ਰੁਲਦਾ ਫਿਰਦਾ ਸੀ, ਮੈਨੂੰ ਕੋਈ ਪੁੱਛਣ ਵਾਲਾ ਨਹੀਂ ਸੀ, ਮੇਰੀ ਕੋਈ ਬਾਤ ਲੈਣ ਵਾਲਾ ਨਹੀਂ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੂੰ ਮੈਨੂੰ ਆਪਣੇ ਸੰਗ ਲਾ ਕੇ, ਆਪਣੇ ਨਾਲ ਲਾ ਕੇ ਮੈਨੂੰ ਥਾਪੀ ਦਿੱਤੀ, ਮੈਨੂੰ ਇਸ ਲਾਇਕ ਬਣਾਇਆ। ਪਾਤਸ਼ਾਹ ਤੇਰੀ ਰਹਿਮਤ ਹੋਈ, ਮੈਂ ਤੈਨੂੰ ਨਮਸਕਾਰ ਕਰਦਾ, ਤੈਨੂੰ ਵੰਦਨਾ ਕਰਦਾ। ਇਹ ਇਤਿਹਾਸ ਦੇ ਅੰਦਰ ਜ਼ਿਕਰ ਹੈ। ਜੇ ਕ੍ਰਿਸ਼ਨ ਨੇ ਸੁਦਾਮੇ ਦੇ ਚੌਂ ਯੁੱਗਾਂ ਦੇ ਭੰਡਾਰੇ ਉਹਨੂੰ ਬਖਸ਼ ਦਿੱਤੇ, ਚਾਰੇ ਪਦਾਰਥ ਹੀ ਉਹਨੂੰ ਦੇ ਦਿੱਤੇ, ਇੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਮਿੱਤਰ, ਆਪਣੇ ਸਖੇ, ਆਪਣੇ ਸੱਜਣ ਨੂੰ ਚਾਰੇ ਪਦਾਰਥ ਕੀ ਚਾਰੇ ਪਦਾਰਥ ਛੱਡ ਕੇ ਆਪਣੀ ਗੱਦੀ ਦੇ ਉੱਤੇ ਬਿਠਾ ਦਿੱਤਾ, ਆਪਣੇ ਸਿੰਘਾਸਣ ਦੇ ਉੱਤੇ ਬਿਠਾ ਦਿੱਤਾ। ਆਪਣਾ ਨਾਮ ਜਿਹੜਾ ਪਦ ਵਰਤਿਆ ਜਾਂਦਾ ਸੀ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦਾ, ਜਿਹੜਾ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਨੇ ਵੀ ਨਾਨਕ ਕਰਕੇ ਵਰਤਿਆ, ਆਪਣਾ ਨਾਮ ਨਹੀਂ ਲਿਖਿਆ ਬਾਣੀ ਦੇ ਅੰਦਰ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਆਪਣਾ ਨਾਮ ਨਹੀਂ ਜ਼ਿਕਰ ਕੀਤਾ ਕਿ ਅਮਰਦਾਸ ਨੇ ਕਿਹਾ, ਉਹਨਾਂ ਵੀ ਕਿਹਾ ਨਾਨਕ ਪਦ ਕਹਿ ਕੇ, ਜਨ ਨਾਨਕ ਕਹੈ, ਜਨ ਦਾਸ ਨਾਨਕ ਕਹੇ। ਇਸ ਤਰ੍ਹਾਂ ਕਰਕੇ ਜਿਹੜੇ ਪਦ ਆਏ ਆ ਨੇ ਗੁਰਬਾਣੀ ਦੇ ਅੰਦਰ, ਉਹ ਸਾਰੇ ਜਿਹੜੇ ਪਦ ਨੇ ਗੁਰੂ ਨਾਨਕ ਦੇ ਨਾਮ ਦੇ ਵਰਤੇ ਜਾਂਦੀ, ਮੋਹਰ ਵਰਤੀ ਜਾਂਦੀ ਸੀ। ਉਹ ਮੋਹਰ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ ਦਿੱਤੀ। ਇਹ ਵਡਿਆਈ, ਉਹ ਤਖਤ, ਉਹ ਮੋਹਰ, ਉਹ ਸਭ ਕੁਝ ਭਗਤੀ ਦਾ ਭੰਡਾਰਾ ਤੇ ਸੰਸਾਰ ਦੇ ਉੱਤੇ ਅੱਜ ਲੋਕ ਯਾਦ ਕਰਦੇ ਨੇ, ਆਖਦੇ ਨੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਹੈ, ਜਿਹਨੂੰ ਸਿੱਖਾਂ ਤੇ ਸੰਗਤਾਂ ਨੇ ਪਾਰ ਬ੍ਰਹਮ ਦਾ ਰੂਪ ਜਾਣ ਕਰਕੇ ਜਾਣਿਆ। ਅਟਲ ਅਥਾ ਅਤੁਲ ਤੂੰ, ਤੇਰਾ ਅੰਤ ਨਾ ਪਾਰਾਵਾਰ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰਾ ਪਾਰਾਵਾਰ ਕੋਈ ਨਹੀਂ। ਇਸ ਧਰਤੀ ਦੇ ਉੱਤੇ ਸਿੱਖ ਇਤਿਹਾਸ ਇੱਕ ਵਿਲੱਖਣ ਇਤਿਹਾਸ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਸ ਤਰ੍ਹਾਂ ਸੁਦਾਮੇ ਨੇ ਜਦੋਂ ਸੁਦਾਮਾ ਕ੍ਰਿਸ਼ਨ ਜੀ ਨੂੰ ਮਿਲਦਾ ਹੈ ਤੇ ਹਾਂਜੀ ਸੰਗਤ ਜੀ, ਮੈਂ ਸ਼ੇਅਰ ਕਰ ਦੇਵਾਂ, ਮੈਂ ਆਪ ਜੀ ਨੂੰ ਕੱਲ ਵੀ ਬੇਨਤੀ ਕੀਤੀ ਸੀ ਵੀ ਮੇਰੇ ਨਾਲ ਦਾ ਜਿਹੜਾ ਸਾਥੀ ਹੈ ਉਹ ਪੰਜਾਬ ਵੱਲ ਨੂੰ ਜਾ ਰਿਹਾ, ਇਸ ਕਰਕੇ ਥੋੜੀ ਜਿਹੀ ਜਿਹੜੀ ਆ ਉਹ ਮੈਂ ਕੋਸ਼ਿਸ਼ ਕਰ ਰਿਹਾ। ਹਾਂਜੀ, ਸ਼ੇਅਰ ਆ ਗਈ ਹੈ ਜੀ ਆਪ ਜੀ ਦੇ ਸਕਰੀਨ ਉੱਤੇ। ਇੱਥੇ ਭਾਈ ਗੁਰਦਾਸ ਜੀ ਫਿਰ ਜ਼ਿਕਰ ਕਰਦੇ ਨੇ ਕਿ ਜਿਸ ਤਰ੍ਹਾਂ, ਕਿਉਂਕਿ ਮਿੱਤਰ ਦੀ ਗੱਲ ਹੈ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਵਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ। ਇਹ ਮਿੱਤਰ ਸੀ ਬਚਪਨ ਦੇ ਸ੍ਰੀ ਕ੍ਰਿਸ਼ਨ ਜੀ ਤੇ ਸੁਦਾਮਾ ਜੀ। ਤੇ ਦਾਲ ਦੀ ਦਲਿਦਰੀ ਭਾਵ ਗਰੀਬੀ, ਇਹ ਗਰੀਬੀ ਦੇ ਵਿੱਚ, ਬੜੀ ਗਰੀਬੀ ਦੇ ਵਿੱਚ, ਅਤ ਗਰੀਬੀ ਇਹਦੇ ਉੱਤੇ ਹੈ। ਮਿੱਤਰ ਸੀ ਕ੍ਰਿਸ਼ਨ ਦਾ, ਪਰ ਇਹਦੇ ਉੱਤੇ ਗਰੀਬੀ ਬੜੀ ਸੀ।
ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਫਿਰ ਬ੍ਰਾਹਮਣੀ ਭਾਵ ਉਹਦੀ ਪਤਨੀ ਆਈ, ਕਹਿੰਦੀ ਇਹ ਪਤੀ ਦੇਵ, ਤੁਹਾਡਾ ਮਿੱਤਰ ਜਿਹਨੂੰ ਲੋਕ ਜਗਦੀਸ਼, ਜਗਤ ਦਾ ਈਸ਼, ਜਗਤ ਦਾ ਮਾਲਕ ਆਖਦੇ ਨੇ, ਸ੍ਰੀ ਕ੍ਰਿਸ਼ਨ ਜੀ, ਕਿਉਂ ਨਹੀਂ ਜਾਂਦੇ ਉਹਦੇ ਕੋਲ? ਮਿਲ ਜਗਦੀਸ਼, ਉਸ ਜਗਦੀਸ਼ ਨੂੰ ਮਿਲਣ ਕਿਉਂ ਨਹੀਂ ਜਾਂਦੇ? ਜਿਹੜਾ ਦਲਿੱਦਰ ਗਵਾਏ, ਜਿਹੜਾ ਤੁਹਾਡਾ ਇਹ ਦਲਿੱਦਰ ਹੈ, ਭਾਵ ਤੁਹਾਡੀ ਗਰੀਬੀ ਕੱਟ ਦੇ। ਤੇ ਮਨ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਫਿਰ ਆਇਆ ਕਿ ਚੱਲਿਆ ਗਣਦਾ ਗੱਟੀਆਂ, ਕਿਉਂ ਕਰ ਜਾਈਏ ਕੌਣ ਮਿਲਾਏ। ਹੁਣ ਮਨ ਵਿੱਚ ਸੋਚਦਾ ਹੈ ਕਿ ਕਿਸ ਤਰ੍ਹਾਂ ਮੈਂ ਜਾਵਾਂ, ਮੇਰੇ ਕੋਲ ਤਾਂ ਧਨ ਵੀ ਨਹੀਂ, ਚਲੋ ਤੁਰ ਕੇ ਮੈਂ ਚਲਾ ਜਾਵਾਂਗਾ ਤੇ ਮੇਰਾ ਵਿਚੋਲਾ ਕੌਣ ਹੋਵੇਗਾ, ਮੇਰੀ ਵਿਚੋਲਗੀ ਕੌਣ ਕਰੇਗਾ, ਉਹਦੇ ਨਾਲ ਮਿਲਾਏਗਾ ਕੌਣ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਮਨ ਵਿੱਚ ਇਹ ਸੋਚ ਕੇ ਤੇ ਬਹੁਤਾ ਨਗਰ ਦਵਾਰਕਾ ਸਿੰਘ ਦਵਾਰ ਖਲੋਤਾ ਜਾਏ। ਕਹਿੰਦੇ ਫਿਰ ਪਹੁੰਚ ਗਿਆ ਉਹਦੇ ਦਵਾਰੇ ਦੇ ਉੱਤੇ, ਬਹੁਤਾ ਨਗਰ ਦਵਾਰਕਾ ਪਹੁੰਚ ਗਿਆ। ਕਿੱਥੇ? ਦਵਾਰਕਾ ਨਗਰ। ਸਿੰਘ ਦਵਾਰ ਭਾਵ ਕ੍ਰਿਸ਼ਨ ਜੀ ਦਾ ਦਵਾਰਾ, ਉੱਥੇ ਜਾ ਕੇ ਖਲੋ ਗਿਆ। ਕੀ ਵੇਖਦਾ ਹੈ? ਭਾਈ ਗੁਰਦਾਸ ਜੀ ਨੇ ਸ਼ਾਰਟਕੱਟ ਦੇ ਵਿੱਚ ਲਿਖ ਦਿੱਤਾ ਕਿ ਦੂਰੋਂ ਦੇਖ ਡੰਡੌਤ ਕਰ। ਜਦੋਂ ਪਤਾ ਚੱਲਿਆ ਨਾ ਮਹਿਲਾਂ ਦੇ ਵਿੱਚ ਕਿ ਦੋਸਤ ਆਇਆ, ਮਿੱਤਰ ਆਇਆ, ਤੇ ਫਿਰ ਦੂਰੋਂ ਹੀ ਡੰਡੌਤ ਕਰਕੇ, ਭਾਵ ਹੱਥ ਜੋੜ ਕੇ। ਡੰਡੌਤ ਵੈਸੇ ਲੰਮੇ ਪੈ ਕੇ ਕੀਤੀ ਜਾਂਦੀ ਹੈ, ਡੰਡੇ ਦੀ ਤਰ੍ਹਾਂ ਲੰਮੇ ਪੈ ਜਾਣਾ ਸਿੱਧੇ। ਭਾਈ ਗੁਰਦਾਸ ਜੀ ਕਹਿੰਦੇ ਫਿਰ ਜਦੋਂ ਡੰਡੌਤ ਕੀਤੀ ਤੇ ਛੱਡ ਸਿੰਘਾਸਨ ਹਰ ਜੀ ਆਏ, ਭਾਵ ਸ੍ਰੀ ਕ੍ਰਿਸ਼ਨ ਜੀ ਆਪਣਾ ਸਿੰਘਾਸਨ ਛੱਡ ਕੇ ਨੰਗੇ ਪੈਰੀਂ ਦੌੜ ਕੇ ਆਏ। ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ। ਪਹਿਲਾਂ ਪ੍ਰਦਖਣਾ ਦਿੱਤੀ, ਉਹ ਡੱਬੀ ਲਿਆਂਦੀ ਸੀ ਜਿਹੜੀ, ਫਿਰ ਆਪ ਪੈਰੀ ਪਏ ਤੇ ਫਿਰ ਇੱਕ ਦੂਜੇ ਦੇ ਗਲ ਮਿਲੇ। ਚਰਨ ਨੋਦਕ ਲੈ ਪੈਰ ਧੋਏ, ਸਿੰਘਾਸਨ ਉੱਤੇ ਬਿਠਾਏ। ਕਹਿੰਦੇ ਫਿਰ ਚਰਨ ਧੋਤੇ, ਉਹ ਜਲ ਮੰਗਾਇਆ ਚਰਨ ਧੋਣ ਵਾਸਤੇ, ਭਾਂਡਾ ਮੰਗਾਇਆ ਚਰਨ ਧੋ ਕੇ, ਤੇ ਫਿਰ ਉਹਨੂੰ ਆਪਣੇ ਸਿੰਘਾਸਨ ਤੇ ਬਿਠਾ ਦਿੱਤਾ। ਭਾਵ ਸੁਦਾਮੇ ਨੂੰ ਭਾਈ ਸ੍ਰੀ ਕ੍ਰਿਸ਼ਨ ਜੀ ਨੇ ਆਪਣੇ ਸਿੰਘਾਸਨ ਤੇ ਬਿਠਾ ਲਿਆ। ਪੁੱਛੇ ਕੁਸਲ ਪਿਆਰ ਕਰ, ਗੁਰਸੇਵਾ ਦੀ ਕਥਾ ਸੁਣਾਏ। ਕਹਿੰਦੇ ਬੜੇ ਪਿਆਰ ਦੇ ਨਾਲ, ਬੜਾ ਪਿਆਰ ਜਤਾਇਆ, ਗਲ ਵਕੜੀ ਵਿੱਚ ਲਿਆ। ਰੱਜ ਕੇ ਪਿਆਰ ਕਰਨ ਤੋਂ ਬਾਅਦ ਫਿਰ ਕਹਿੰਦਾ ਹੁਣ ਕੋਈ ਗੁਰਸੇਵਾ ਦੀ, ਜਦੋਂ ਅਸੀਂ ਗੁਰਦਖਣਾ ਲੈਣ ਵਾਸਤੇ, ਪੜ੍ਹਨ ਵਾਸਤੇ ਗੁਰੂ ਸੰਦੀਪਨ ਦੇ ਕੋਲ ਗਏ ਸਾਂ, ਉਦੋਂ ਦੀ ਕੋਈ ਕਥਾ ਸੁਣਾ। ਤੇ ਨਾਲ ਕਥਾ ਸੁਣਾਉਂਦੇ ਪਏ ਨੇ ਕਿ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਵੇਖ ਸੁਦਾਮਿਆ, ਪਤਾ ਹੀ ਜਦੋਂ ਆਪਾਂ ਛੋਟੇ ਹੁੰਦੇ ਸਾਂ ਤੇ ਘਰੋਂ ਚੱਬਣ ਵਾਸਤੇ ਚਣੇ ਲੈ ਕੇ ਆਏ ਸਾਂ, ਤੂੰ ਇਕੱਲਾ ਹੀ ਖਾ ਗਿਆ ਸੀ, ਮੈਂ ਤੇਰੇ ਨਾਲ ਲੜਿਆ ਸੀ, ਇੱਕ ਦੂਜੇ ਦੇ ਨਾਲ ਅਸੀਂ ਲੜ ਪਏ ਸਾਂ, ਨਾਲੇ ਹੱਸਦੇ ਨੇ, ਕਦੀ ਰੋਂਦੇ ਨੇ, ਕਦੀ ਪਿਆਰ ਵਿੱਚ ਗਲ ਬੱਕੜੀ ਵਿੱਚ ਲੈਂਦੇ ਨੇ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਲੈ ਕੇ ਤੰਦਲ ਚੱਬੇ ਹੋਣ, ਜਿਹੜੇ ਉਹ ਪਤਨੀ ਨੇ ਦਿੱਤੇ ਸਨ ਨਾ ਤੰਦਲ, ਭਾਵ ਚੌਲ, ਭੁੱਜੇ ਹੋਏ ਚੌਲ, ਉਹ ਫਿਰ ਸੁਦਾਮਾ ਪਹਿਲਾਂ ਤੇ ਡਰਦਾ ਕਿ ਪਤਾ ਨਹੀਂ, ਕਿਉਂਕਿ ਇੰਨੇ ਰਾਜ ਸਿੰਘਾਸਨ ਤੇ ਪਿਆਰ ਵੇਖ ਕੇ ਨਾ, ਫਿਰ ਜਦੋਂ ਪਿਆਰ ਵੇਖਦਾ ਤੇ ਪਿਆਰ ਵੇਖ ਕੇ ਫਿਰ ਉਹ ਡੱਬੀ ਕੱਢ ਕੇ ਦਿੰਦਾ ਕਿ ਸ਼ਾਇਦ ਇਹ ਪ੍ਰਮਾਣ ਕਰ ਲੈਣ। ਤੇ ਉਹ ਫਿਰ ਕ੍ਰਿਸ਼ਨ ਜੀ ਬੜੇ ਪਿਆਰ ਨਾਲ ਚੱਬਦੇ ਨੇ। ਲੈ ਕੇ ਤੰਦਲ ਚੱਬਿਆਂ ਨੂੰ ਵਿਦਾ ਕਰੇ, ਅੱਗੇ ਪਹੁੰਚਾਏ। ਤੇ ਫਿਰ ਅਖੀਰ ਬੇਨਤੀਆਂ ਕਰਨ ਤੋਂ ਬਾਅਦ ਫਿਰ ਆਪਣੇ ਦੋਸਤ ਸੁਦਾਮੇ ਨੂੰ, ਆਪਣੇ ਮਿੱਤਰ ਸੁਦਾਮੇ ਨੂੰ ਵਿਦਾ ਕਰਦੇ ਨੇ ਤੇ ਬਾਹਰ ਤੱਕ, ਆਪਣੇ ਰਾਜ ਤੋਂ ਬਾਹਰ ਤੱਕ ਕਹਿੰਦੇ ਛੱਡਣ ਆਉਂਦੇ ਨੇ। ਤੇ ਚਾਰ ਪਦਾਰਥ ਸੁਪਚ ਪਠਾਏ। ਕਹਿੰਦੇ ਫਿਰ ਚਾਰੇ ਪਦਾਰਥ ਜਿਹੜੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨੇ ਆਪਣੇ ਮਿੱਤਰ ਨੂੰ ਦੇ ਦਿੱਤੇ। ਤੇ ਉਹਦਾ ਜਿਹੜਾ ਦਲਿੱਦਰ ਸੀ, ਉਹਦੀ ਭਾਵ ਗਰੀਬੀ ਸੀ, ਉਹ ਸਾਰੀ ਕੱਟ ਦਿੱਤੀ, ਸਾਰੀ ਦਲਿੱਦਰੀ ਉਹਦੀ ਕੱਟ ਦਿੱਤੀ, ਉਹਦੀ ਗਰੀਬੀ ਕੱਟ ਦਿੱਤੀ। ਸੋ ਅੱਜ ਦੀ ਇਹ ਵਿਚਾਰ ਸੀ, ਜਿਸ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਹ ਜ਼ਿਕਰ ਕੀਤਾ ਹੈ ਕਿ ਭਾਈ ਜਿਹੜਾ ਉਹਦਾ ਮਿੱਤਰ ਹੈ, ਉਹਦਾ ਦੋਸਤ ਹੈ, ਉਹ ਸਾਰਾ
ਪਿਆਰ ਵੇਖ ਕੇ ਇਹ ਸਿੱਟਾ ਨਿਕਲਦਾ ਹੈ ਕਿ ਇਸ ਸੰਸਾਰ ਦੇ ਉੱਤੇ ਨਾ ਤੇ ਮਨੁੱਖ ਨੂੰ ਗਰੀਬੀ ਤੇ ਨਾ ਅਮੀਰੀ ਵੇਖਣੀ ਚਾਹੀਦੀ। ਜਿੱਥੇ ਮਿੱਤਰਤਾ ਹੈ ਉੱਥੇ ਸਭ ਕੁਝ ਇਹ ਤੁੱਛ ਹੈ। ਉੱਥੇ ਫਿਰ ਇੱਕ ਦੂਜੇ ਦੇ ਇਹ ਨਹੀਂ ਕਿ ਗਰੀਬ ਮਨੁੱਖ ਇਹ ਆਖੇ ਕਿ ਅਮੀਰ ਮੇਰੀ ਹੁਣ ਮਦਦ ਕਰੇ, ਉੱਥੇ ਪਿਆਰ ਬਣਿਆ ਰਹਿਣਾ ਚਾਹੀਦਾ। ਜੇ ਗਰੀਬ ਹੈ ਤੇ ਅਮੀਰ ਆਖੇ ਕਿ ਸ਼ਾਇਦ ਮੈਨੂੰ ਗਰੀਬ ਦੇ ਕੋਲ ਜਾਇਆ ਕੁਝ ਦੇਣਾ ਪਵੇ। ਇਹ ਸਭ ਕੁਝ ਛੱਡ ਕੇ ਕੇਵਲ ਪਿਆਰ, ਮੁਹੱਬਤ ਤੇ ਇੱਕ ਦੂਜੇ ਦੀ ਜਿਹੜੀ ਉਹ ਹੋਣੀ ਚਾਹੀਦੀ ਆ। ਇੱਕ ਦੂਜੇ ਦਾ ਮੇਲ ਮਿਲਾਪ ਹੋਣਾ ਚਾਹੀਦਾ। ਭਗਤ ਨਾਮਦੇਵ ਜੀ ਵੀ ਜ਼ਿਕਰ ਕਰਦੇ ਨੇ ਕਿ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ। ਜਿਸ ਤਰ੍ਹਾਂ ਬਿਦਰ ਸੁਦਾਮਾ ਜਿਹੜਾ ਸੀ ਉਹਨੂੰ ਆਪਣੇ ਪਿਆਰ ਦੇ ਵਿੱਚ ਬੰਨ੍ਹ ਕੇ ਜਿਹੜਾ ਵਾ ਭਗਤ ਨਾਮਦੇਵ ਜੀ ਕਹਿੰਦੇ ਉਹਨਾਂ ਨੇ ਸਭ ਕੁਝ ਉਹਨਾਂ ਨੂੰ ਦੇ ਦਿੱਤਾ। ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਇਹੀ ਗੱਲ ਕਰਦੇ ਨੇ ਕਿ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਪਾਏ ਤਰੇ। ਪ੍ਰੇਮਾ ਭਗਤੀ ਵਿੱਚ ਬੱਝੇ ਹੋਏ ਨੇ ਸ੍ਰੀ ਕ੍ਰਿਸ਼ਨ ਜੀ ਨੇ ਜਿਹੜਾ ਵਾ ਉਹ ਸੁਦਾਮੇ ਦਾ ਦਾਲਦ ਜਿਹੜਾ ਦਲਿੱਦਰ ਸੀ, ਉਹਦੀ ਜਿਹੜੀ ਗਰੀਬੀ ਸੀ, ਉਹ ਭੰਨ ਦਿੱਤੀ। ਸੋ ਅੱਜ ਦੀ ਇਹ ਵਿਚਾਰ ਸੀ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਸਮਝ ਆ ਜਾਵੇ ਸੰਸਾਰ ਦੇ ਵਿੱਚ ਜਿਹੜੀਆਂ ਅਸੀਂ ਭਰਾ ਭਰਾ ਦੀ ਲੜਾਈ ਹੈ, ਇੱਕ ਦੂਜੇ ਦੀ ਇੱਜ਼ਤ ਉਛਾਲਦੇ ਹਾਂ, ਦੋਸਤ ਦੋਸਤ ਨਹੀਂ ਰਿਹਾ, ਮਿੱਤਰ ਮਿੱਤਰ ਨਹੀਂ ਰਿਹਾ। ਇਹ ਸਮਝਣ ਦਾ ਯਤਨ ਕਰੀਏ ਕਿ ਇੱਕ ਦੂਜੇ ਦੇ ਮਿੱਤਰ ਬਣ ਕੇ ਸੰਸਾਰ ਦੇ ਵਿੱਚ ਇੱਕ ਦੂਜੇ ਦੀ ਜਿਹੜੀ ਉਹ ਮਦਦ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ, ਸਾਰੇ ਮਿੱਤਰ ਬੈਠ ਕੇ ਇਕੱਤਰਤਾ ਕਰਕੇ ਤੇ ਆਪਣੇ ਮਨ ਦੀਆਂ ਜਿਹੜੀਆਂ ਨੇ ਦੁਬਿਧਾ ਦੂਰ ਕਰੋ ਲਿਵਲਾਏ, ਦੁਬਿਧਾ ਦੂਰ ਕਰਕੇ ਤੇ ਇੱਕ ਦੂਜੇ ਦੇ ਨਾਲ ਮਿਲਾਪ ਕਰਕੇ ਉਸ ਪਰਮਾਤਮਾ ਦੇ ਨਾਲ ਜੁੜਨਾ ਕਰੀਏ। ਸੋ ਅੱਜ ਦੀ ਇਹ ਕਲਾਸ ਇੱਥੇ ਹੀ ਸਮਾਪਤ ਹੈ। ਜੇ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਤੇ ਉਹ ਕਰ ਸਕਦਾ ਹੈ ਜੀ। ਸੋ ਦਾਸ ਇੱਥੇ ਪਹਿਲਾਂ ਫਤਿਹ ਦੀ ਸਾਂਝ ਆਪ ਜੀ ਦੇ ਨਾਲ ਬਣਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਆਪਣਾ ਸਵਾਲ ਜਿਹੜਾ ਵਾ ਉਹ ਦੱਸ ਸਕਦਾ। ਮੈਂ ਆਪ ਜੀ ਦੇ ਮਾਈਕ ਜਿਹੜੇ ਆ ਅਨਮਿਊਟ ਕਰ ਦੇਣ ਲੱਗਾ। ਸੋ ਸਾਰੀ ਸੰਗਤ ਨੂੰ ਬੇਨਤੀ ਹੈ। ਹਾਂਜੀ ਵਾਹਿਗੁਰੂ ਜੀ। ਜੇ ਕਿਸੇ ਨੇ ਕੋਈ ਸਵਾਲ ਕਰਨਾ ਤੇ ਉਹ ਆਪਣਾ ਮਾਈਕ ਜਿਹੜਾ ਅਨਮਿਊਟ ਕਰਕੇ ਪੁੱਛ ਸਕਦਾ ਜੀ। ਹਾਂਜੀ ਵਾਹਿਗੁਰੂ ਜੀ। ਠੀਕ ਵਾਹਿਗੁਰੂ ਜੀ। ਫਿਰ ਇੱਥੇ ਸਮਾਪਤੀ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।